प्यारे बच्चों, ਅੱਜ ਦਾ ਸਾਡਾ ਜਿਹੜਾ ਟੌਪਿਕ ਹੈ ਕੋਲੀਜ਼ਨ। ਕੋਲੀਜ਼ਨ ਕੀ ਹੈ, ਇਹਦੀਆਂ ਕਿਹੜੀਆਂ ਟਾਈਪਸ ਨੇ ਤੇ ਜਿਹੜੀਆਂ ਵੀ ਇਹਦੀਆਂ ਟਾਈਪਸ ਨੇ ਉਹਨਾਂ ਦੇ ਕਰੈਕਟਰਿਸਟਿਕਸ ਜਿਹੜੇ ਨੇ ਕਿਹੜੇ ਨੇ, ਇਹਦੇ ਬਾਰੇ ਜਿਹੜਾ ਅੱਜ ਆਪਾਂ ਡਿਸਕਸ ਕਰਾਂਗੇ। ਸਭ ਨਾਲੋਂ ਪਹਿਲਾਂ ਅਸੀਂ ਡਿਸਕਸ ਕਰਦੇ ਹਾਂ ਕਿ ਕੋਲੀਜ਼ਨ ਜਿਹੜੀ ਹੈ ਕੀ। ਸਾਨੂੰ ਪਤਾ ਹੈ ਕਿ ਪੰਜਾਬੀ ਦੇ ਵਿੱਚ ਕੋਲੀਜ਼ਨ ਨੂੰ ਅਸੀਂ ਕੀ ਬੋਲਦੇ ਹਾਂ, ਟੱਕਰ। ਜਦੋਂ ਦੋ ਬਾਡੀਜ਼ ਆਪਸ ਵਿੱਚ ਫਿਜ਼ੀਕਲੀ ਕੰਟੈਕਟ ਵਿੱਚ ਆ ਜਾਂਦੀਆਂ ਨੇ, ਅਸੀਂ ਕਹਿੰਦੇ ਹਾਂ ਕਿ ਕੋਲੀਜ਼ਨ ਹੋ ਗਈ। ਜਿਸ ਤਰ੍ਹਾਂ ਕੋਈ ਮੋਟਰਸਾਈਕਲ ਹੈ, ਉਹ ਦੂਸਰੇ ਮੋਟਰਸਾਈਕਲ ਨਾਲ ਜਾਂ ਕਾਰ ਵਿੱਚ ਜਿਹੜਾ ਹੈ ਵੱਜਦਾ ਜਾ ਕੇ, ਤੇ ਅਸੀਂ ਕਹਿੰਦੇ ਹਾਂ ਵੀ ਕੋਲੀਜ਼ਨ ਹੋ ਗਈ ਹੈ। ਅੱਜ ਇਹਦੇ ਬਾਰੇ ਅਸੀਂ ਡਿਸਕਸ ਕਰਾਂਗੇ। ਸਭ ਨਾਲੋਂ ਪਹਿਲਾਂ ਅਸੀਂ ਦੇਖਦੇ ਹਾਂ ਇਹਦੀ ਡੈਫੀਨੇਸ਼ਨ ਕੀ ਹੈ। ਅ ਕੋਲੀਜ਼ਨ ਇਜ਼ ਸੈਡ ਟੂ ਅਕਰ। ਕੋਲੀਜ਼ਨ ਉਦੋਂ ਹੋਏਗੀ ਬਿਟਵੀਨ ਟੂ ਬਾਡੀਜ਼। ਇਹਦਾ ਮਤਲਬ ਕੋਲੀਜ਼ਨ ਵਾਸਤੇ ਦੋ ਬਾਡੀਜ਼ ਦਾ ਹੋਣਾ ਜ਼ਰੂਰੀ ਹੈ। ਕੋਲੀਜ਼ਨ ਇਜ਼ ਸੈਡ ਟੂ ਅਕਰ ਬਿਟਵੀਨ ਟੂ ਬਾਡੀਜ਼ ਆਈਦਰ। ਸ਼ਰਤ ਕੀ ਹੈ? if they physically collide against each other। collision ਦੋ ਬਾਡੀ ਵਿੱਚ ਤਾਂ ਹੋਏਗੀ ਜੇਕਰ ਉਹਨਾਂ ਦਾ ਜਿਹੜਾ ਹੈ ਆਪਸ ਵਿੱਚ ਜਿਹੜਾ ਹੈ ਫਿਜ਼ੀਕਲੀ ਕੰਟੈਕਟ ਹੋਣ। ਪਹਿਲੀ ਬਾਡੀ ਦੂਜੀ ਬਾਡੀ ਦੇ ਨਾਲ ਜੁੜ ਜਾਏ, ਟੱਕਰ ਹੋਏ, ਅਸੀਂ ਬੋਲਾਂਗੇ ਕਿ ਜਿਹੜੀ ਹੈ collision ਹੋਈ। ਫੋਰ ਐਗਜ਼ਾਮਪਲ, ਜੇ ਮੇਰਾ ਹੱਥ ਜਿਹੜਾ ਬਲੈਕ ਬੋਰਡ ਤੇ ਵੱਜਦਾ ਇਸ ਤਰ੍ਹਾਂ, ਤੇ ਅਸੀਂ ਬੋਲਾਂਗੇ ਕਿ ਇਹ ਕੀ ਹੋਈ ਹੈ, collision ਹੋਈ ਹੈ। or if the path of one affected by the force exerted by the other। ਜਾਂ ਤੇ ਦੋ ਬਾਡੀਜ਼ ਫਿਜ਼ੀਕਲੀ ਆਪਸ ਵਿੱਚ ਕੰਟੈਕਟ ਵਿੱਚ ਆਣ, ਪਰ ਐਟੋਮਿਕ ਲੈਵਲ ਤੇ ਜੇ ਅਸੀਂ ਐਟਮਾਂ ਦੀ ਗੱਲ ਕਰੀਏ ਤੇ ਉਥੇ ਦੋ ਬਾਡੀਜ਼ ਆਪਸ ਵਿੱਚ ਫਿਜ਼ੀਕਲੀ ਕੰਟੈਕਟ ਵਿੱਚ ਨਹੀਂ ਆਈਆਂ, ਪਰ ਅਸੀਂ ਉਥੇ ਫਿਰ ਵੀ ਕਹਿ ਸਕਦੇ ਹਾਂ ਕਿ ਕੋਲੀਜ਼ਨ ਹੋਈ ਹੈ। ਉਹ ਕਦੋਂ ਕਹਿ ਸਕਦੇ ਹਾਂ, ਆਓ ਦੇਖਦੇ ਇਸ ਨੂੰ। ਮੰਨ ਲਓ ਕਿ ਇਹ ਸਾਡਾ ਹੈਗਾ ਨਿਊਕਲੀਅਸ। ਜਿਹੜਾ ਤੁਸੀਂ ਰਦਰਫੋਰਡ ਜਿਹੜਾ ਗੋਲਡ ਐਕਸਪੈਰੀਮੈਂਟ ਜਿਹੜਾ ਕੈਮਿਸਟਰੀ ਵਿੱਚ ਸਟੱਡੀ ਕੀਤਾ ਹੈ, ਮੰਨ ਲਓ ਇਹ ਨਿਊਕਲੀਅਸ ਹੈ ਤੇ ਨਿਊਕਲੀਅਸ ਤੇ ਚਾਰਜ ਕਿਹੜਾ ਹੁੰਦਾ ਹੈ, ਪੋਜ਼ਿਟਿਵ। ਤੇ ਜਦੋਂ ਸਾਡੇ ਕੋਲ ਇੱਕ ਅਲਫਾ ਪਾਰਟੀਕਲ, ਇਹਨੂੰ ਸਮਝੋ ਧਿਆਨ ਨਾਲ, ਜਦੋਂ ਇੱਕ ਅਲਫਾ ਪਾਰਟੀਕਲ ਦੇ ਉੱਪਰ ਵੀ ਜਿਹੜਾ ਚਾਰਜ ਹੁੰਦਾ ਹੈ ਨਾ, ਉਹ ਵੀ ਸਾਡੇ ਕੋਲ ਜਿਹੜਾ ਚਾਰਜ ਹੈਗਾ ਪੋਜ਼ਿਟਿਵ ਚਾਰਜ ਹੈ। ਜਦੋਂ ਅਲਫਾ ਪਾਰਟੀਕਲ ਜਿਹੜਾ ਹੈ ਉਹ ਨਿਊਕਲੀਅਸ ਦੇ ਬਿਲਕੁਲ ਲਾਗੋਂ ਲੰਘਦਾ ਨਾ, ਦੇਖੋ ਧਿਆਨ ਨਾਲ, ਤੇ ਕੀ ਹੁੰਦਾ ਹੈ, ਨਿਊਕਲੀਅਸ ਇਹਦੇ ਉੱਪਰ ਜਿਹੜੀ ਹੈ ਫੋਰਸ ਅਪਲਾਈ ਕਰਦਾ ਹੈ ਤੇ ਉਹਦਾ ਦੇਖੋ ਪਾਥ ਜਿਹੜਾ ਹੈ ਉਹ ਚੇਂਜ ਹੋ ਗਿਆ, ਉਹਦਾ ਪਾਥ ਹੀ ਚੇਂਜ ਹੋ ਗਿਆ। ਕੀ ਇਹ ਅਲਫਾ ਪਾਰਟੀਕਲ ਨਿਊਕਲੀਅਸ ਦੇ ਨਾਲ ਫਿਜ਼ੀਕਲੀ ਕੰਟੈਕਟ ਵਿੱਚ ਆਇਆ? ਫਿਜ਼ੀਕਲੀ ਨਹੀਂ ਆਇਆ, ਇਹ ਦੋਨੋਂ ਆਪਸ ਵਿੱਚ ਜੁੜੇ ਨਹੀਂ, ਪਰ ਦੂਰ ਬੈਠੇ ਬਿਠਾਏ ਜਿਹੜਾ ਨਿਊਕਲੀਅਸ ਨੇ ਉਹਨੂੰ ਕੀ ਕਰ ਦਿੱਤਾ, ਰਿਪੈਲ ਕਰ ਦਿੱਤਾ। ਤੇ ਅਸੀਂ ਕਹਾਂਗੇ ਕਿ ਇਹ ਕੋਲੀਜ਼ਨ ਹੋ ਚੁੱਕੀ ਹੈ। ਜਦੋਂ ਇੱਕ ਬਾਡੀ ਦੂਜੇ ਦਾ ਪਾਥ ਚੇਂਜ ਕਰ ਦਵੇ, ਅਸੀਂ ਬੋਲਾਂਗੇ ਕਿ ਕੋਲੀਜ਼ਨ ਹੋ ਗਈ। ਜਿਸ ਤਰ੍ਹਾਂ ਬੇਟਾ ਮੰਨ ਲਓ ਵੀ ਇੱਕ ਮੈਗਨੇਟ ਹੈ, ਮੈਗਨੇਟ ਦਾ ਨਾਰਥ ਪੋਲ ਅਸੀਂ ਪਕੜ ਲਿਆ ਤੇ ਦੂਜੀ ਮੈਗਨੇਟ ਦਾ ਵੀ ਸਾਡੇ ਕੋਲ ਨਾਰਥ ਪੋਲ ਹੈ। ਜਦੋਂ ਅਸੀਂ ਇੱਕ ਮੈਗਨੇਟ ਦਾ ਨਾਰਥ ਪੋਲ ਦੂਜੇ ਦੇ ਲਾਗੇ ਲੈ ਕੇ ਆਨੇ ਆ, ਟੱਚ ਭਾਵੇਂ ਨਹੀਂ ਵੀ ਹੁੰਦੇ, ਉਹ ਪਿੱਛੇ ਰਿਪੈਲ ਹੋ ਜਾਂਦੀ ਹੈ, ਅਸੀਂ ਬੋਲਾਂਗੇ ਕੀ ਹੋ ਗਿਆ, ਕੋਲੀਜ਼ਨ। ਕਿਉਂਕਿ ਪਹਿਲੀ ਬਾਡੀ ਨੇ ਦੂਸਰੀ ਬਾਡੀ ਦੇ ਉੱਤੇ ਆਪਣਾ ਇਫੈਕਟ ਜਿਹੜਾ ਪਾਤਾ, ਉਹਦਾ ਪਾਥ ਜਿਹੜਾ ਹੈ ਉਹ ਚੇਂਜ ਕਰਤਾ। ਐਟੋਮਿਕ ਲੈਵਲ ਦੇ ਉੱਤੇ ਐਟਮਾਂ ਦੀ ਗੱਲ ਕਰੀਏ, ਇਲੈਕਟ੍ਰੋਨ ਪ੍ਰੋਟੋਨ ਦੀ ਗੱਲ ਕਰੀਏ, ਉਸ ਟਾਈਮ ਦੇ ਉੱਤੇ ਦੋ ਬਾਡੀਜ਼ ਦਾ ਫਿਜ਼ੀਕਲ ਕੰਟੈਕਟ ਹੋਣਾ ਜ਼ਰੂਰੀ ਨਹੀਂ ਹੈ। ਆਪਣੇ ਆਪ ਜੇ ਕਿਸੇ ਦਾ ਪਾਥ ਚੇਂਜ ਹੋ ਗਿਆ ਦੂਸਰੇ ਕਰਕੇ, ਅਸੀਂ ਬੋਲਾਂਗੇ ਕਿ ਦੋਨਾਂ ਦੇ ਵਿੱਚ ਕੀ ਹੋ ਚੁੱਕੀ ਹੈ, ਕੋਲੀਜ਼ਨ ਹੋ ਗਈ। ਪਰ ਡੇਲੀ ਲਾਈਫ ਦੇ ਵਿੱਚ ਜਿਹੜੀ ਕੋਲੀਜ਼ਨ ਤਾਂ ਪੋਸੀਬਲ ਹੁੰਦੀ ਹੈ ਜੇਕਰ ਦੋ ਬਾਡੀਜ਼ ਆਪਸ ਵਿੱਚ ਫਿਜ਼ੀਕਲੀ ਕੋਲਾਈਡ ਕਰਨ। ਜੇ ਅਸੀਂ ਬਾਜ਼ਾਰ ਜਾ ਰਹੇ ਹਾਂ, ਸਾਡੇ ਲਾਗੋਂ ਕੋਈ ਲੰਘ ਜਾਂਦਾ ਹੈ ਤੇ ਅਸੀਂ ਉਹਨੂੰ ਕੁਝ ਨਹੀਂ ਕਹਿੰਦੇ, ਕਿਉਂ? ਉਹ ਸਾਡੇ ਲਾਗੋਂ ਲੰਘ ਗਿਆ, ਸਾਡਾ ਉਹਦੇ ਨਾਲ ਕੋਈ ਫਿਜ਼ੀਕਲ ਕੰਟੈਕਟ ਨਹੀਂ ਹੋਇਆ, ਅਸੀਂ ਕਹਿੰਦੇ ਹਾਂ ਕੋਲੀਜ਼ਨ ਨਹੀਂ ਹੋਈ। ਤੇ ਜੇ ਜਾਣ ਕੇ ਕੋਈ ਸਾਨੂੰ ਟੱਕਰ ਮਾਰ ਕੇ ਜਾਂਦਾ ਤੇ ਫਿਰ ਅਸੀਂ ਕਹਿੰਦੇ ਵੀ ਇਹ ਜਿਹੜਾ ਹੈਗਾ ਇਹਨੇ ਕੋਲਾਈਡ ਕੀਤਾ ਹੈ, ਇਹ ਫਿਰ ਅਸੀਂ ਕਹਿ ਸਕਦੇ ਕਿ ਕੋਲੀਜ਼ਨ
ਹੋਈ ਹੈ। ਡੇਲੀ ਲਾਈਫ ਵਿੱਚ ਕੋਲੀਜਨ ਦਾ ਮਤਲਬ ਹੈ ਕਿ ਫਿਜ਼ੀਕਲ ਕੰਟੈਕਟ ਹੋਣਾ ਜ਼ਰੂਰੀ ਹੈ, ਪਰ ਐਟੋਮਿਕ ਲੈਵਲ ਦੇ ਉੱਤੇ ਕੋਲੀਜਨ ਵਾਸਤੇ ਫਿਜ਼ੀਕਲ ਕੰਟੈਕਟ ਹੋਵੇ ਨਾ ਹੋਵੇ, ਪਾਥ ਵੀ ਚੇਂਜ ਹੋ ਸਕਦਾ ਹੈ। ਤੇ ਇਹ ਕੀ ਲਿਖਿਆ ਦੇਖੋ, ਔਰ ਇਫ ਦਾ ਪਾਥ ਆਫ ਵਨ ਦਾ ਮਤਲਬ ਇੱਕ ਬਾਡੀ ਦਾ, ਇਫ ਪਾਥ ਆਫ ਵਨ ਅਫੈਕਟਡ ਬਾय ਦਾ ਫੋਰਸ ਐਗਜ਼ਰਟਡ ਬਾय ਦਾ ਅਦਰ। ਜਿਵੇਂ ਇਹਦਾ ਪਾਥ ਆ ਸੀ ਬੇਟਾ, ਸਿੱਧਾ ਜਾ ਰਿਹਾ ਸੀ ਚੰਗਾ ਭਲਾ, ਜਦੋਂ ਇਹਦੇ ਲਾਗੇ ਪਹੁੰਚਿਆ ਇਹਨੇ ਇਹਦੇ ਉੱਤੇ ਫੋਰਸ ਲਗਾਈ ਤੇ ਉਹਦਾ ਜਿਹੜਾ ਪਾਥ ਜਿਹੜਾ ਹੈ ਉਹ ਚੇਂਜ ਹੋ ਗਿਆ। ਅਸੀਂ ਬੋਲਾਂਗੇ ਕਿ ਕੋਲੀਜਨ ਜਿਹੜੀ ਹੈ ਉਹ ਹੋ ਚੁੱਕੀ ਹੈ। ਆਈ ਥਿੰਕ ਕਿ ਤੁਹਾਨੂੰ ਬੇਟਾ ਇਹ ਚੀਜ਼ ਕਲੀਅਰ ਹੋ ਗਈ। ਨਾਓ ਜਿਹੜੀ ਕੋਲੀਜਨ ਹੈ ਇਹਦੀਆਂ ਜਿਹੜੀਆਂ ਮੇਨ ਜਿਹੜੀਆਂ ਟਾਈਪਸ ਨੇ ਉਹ ਸਾਡੇ ਕੋਲ ਦੋ ਹੈਗੀਆਂ ਨੇ। ਇੱਕ ਸਾਡੇ ਕੋਲ ਹੈਗੀ ਆ ਇਲਾਸਟਿਕ ਕੋਲੀਜਨ ਤੇ ਦੂਸਰੀ ਜਿਹੜੀ ਸਾਡੇ ਕੋਲ ਟਾਈਪ ਹੈ that is in elastic collision। ਦੋ ਤਰ੍ਹਾਂ ਦੀਆਂ ਸਾਡੇ ਕੋਲ collisions ਨੇ। ਨੰਬਰ 1 is the elastic and the second one is the inelastic collision। now first of all ਅਸੀਂ ਡਿਸਕਸ ਕਰਾਂਗੇ ਕਿ ਇਲਾਸਟਿਕ collision ਕਿਹੜੀ ਹੈ। ਪਹਿਲੀ ਸਾਡੇ ਕੋਲ collision ਹੈਗੀ ਆ ਇਲਾਸਟਿਕ collision। ਕੋਲੀਜਨ ਮੈਨੇ ਟੱਕਰ, ਇਹਦੇ ਬਾਰੇ ਅਸੀਂ ਪਹਿਲਾਂ ਡਿਸਕਸ ਕਰਾਂਗੇ ਕਿ ਇਲਾਸਟਿਕ ਕੋਲੀਜਨ ਕਿਹੜੀ ਹੈ। ਕੋਲੀਜਨ ਇਜ਼ ਸੈਡ ਟੂ ਬੀ ਇਲਾਸਟਿਕ। ਇਹਨੂੰ ਇਲਾਸਟਿਕ ਤਾਂ ਕਹਾਂਗੇ ਜੇਕਰ ਇਫ ਜਦੋਂ ਕੋਲੀਜਨ ਹੋਏ ਤੇ ਕੋਲੀਜਨ ਤੋਂ ਬਾਅਦ ਕਿਨੈਟਿਕ એનર્ਜੀ ਕੰਜ਼ਰਵ ਰਹੇ। ਜੇਕਰ ਕੋਲੀਜਨ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਸਾਡੇ ਕੋਲ ਟੱਕਰ ਹੋ ਗਈ, ਟੱਕਰ ਤੋਂ ਬਾਅਦ ਸਾਡੀ ਕਿਨੈਟਿਕ એનર્ਜੀ ਕੰਜ਼ਰਵ ਰਹੇ, ਕਹਿਣ ਦਾ ਮਤਲਬ ਜਿੰਨੀ ਟੋਟਲ ਪਹਿਲਾਂ ਸੀ ਓਨੀ ਬਾਅਦ ਵਿੱਚੋਂ ਰਹੇ। ਲੀਨੀਅਰ ਮੋਮੈਂਟਮ ਇਜ਼ ਕੰਜ਼ਰਵਡ। ਲੀਨੀਅਰ ਮੋਮੈਂਟਮ ਵੀ ਸਾਡਾ ਜਿਹੜਾ ਹੈ ਕੰਜ਼ਰਵ ਰਹੇ। ਟੋਟਲ એનર્ਜੀ ਇਜ਼ ਕੰਜ਼ਰਵਡ। ਟੋਟਲ એનર્ਜੀ ਜਿੰਨੀ ਵੀ ਹੈ ਮਕੈਨੀਕਲ એનર્ਜੀ ਉਹ ਵੀ ਸਾਡੀ ਕੰਜ਼ਰਵ ਰਹੇ। ਤੇ ਫੋਰਸਿਸ ਇਨਵੋਲਵਡ ਕਿਹੜੀਆਂ ਹੋਣ, ਕੰਜ਼ਰਵੇਟਿਵ ਫੋਰਸਿਸ। ਅਸੀਂ ਪੜਿਆ ਕੰਜ਼ਰਵੇਟਿਵ ਫੋਰਸਿਸ ਜਿਹੜੀਆਂ ਹੁੰਦੀਆਂ ਜਿਹੜੇ ਵਰਕ ਤੇ ਪਾਥ ਤੇ ਜਿਹੜਾ ਹੈ ਵਰਕ ਉਹਦਾ ਡਿਪੈਂਡ ਨਹੀਂ ਕਰਦਾ। ਆਈ ਥਿੰਕ ਚਾਰ ਜਿਹੜੀਆਂ ਕੰਡੀਸ਼ਨਸ ਜੇਕਰ ਕੋਲੀਜਨ ਸੈਟੀਸਫਾਈ ਕਰੇ ਫਿਰ ਅਸੀਂ ਕੋਲੀਜਨ ਨੂੰ ਅਸੀਂ ਬੋਲਾਂਗੇ ਕਿ ਕੋਲੀਜਨ ਸਾਡੀ ਕਿਹੜੀ ਹੈਗੀ ਆ, ਇਲਾਸਟਿਕ। ਅਸੀਂ ਕੀ ਲਿਖਾਂਗੇ, ਕੋਲੀਜਨ ਇਜ਼ ਸੈਡ ਟੂ ਬੀ ਇਲਾਸਟਿਕ। ਕੋਲੀਜਨ is said to be elastic if number 1 kinetic energy is conserved। ਜੇ kinetic energy ਜਿਹੜੀ ਹੈ ਸਾਡੀ ਕੰਜ਼ਰਵ ਹੋਵੇ। ਨੰਬਰ 2 linear momentum is conserved। ਲੀਨੀਅਰ ਮੋਮੈਂਟਮ ਵੀ ਸਾਡਾ ਕੰਜ਼ਰਵ ਹੋਵੇ। ਨੰਬਰ 3 total energy is conserved। total energy is conserved। and number 4 forces involved are conservative। ਜਿਹੜੀਆਂ ਫੋਰਸਿਸ ਕਿਹੜੀਆਂ ਇਨਵੋਲਵਡ ਹੋਣ, ਕੰਜ਼ਰਵੇਟਿਵ। ਜੇ ਇਹ ਚਾਰ ਸ਼ਰਤਾਂ ਓਬੇ ਕਰਦੀ ਹੈ ਕੋਲੀਜਨ ਦੇ ਵਿੱਚ ਫਿਰ ਅਸੀਂ ਬੋਲਦੇ ਹਾਂ ਕਿ ਕੋਲੀਜਨ ਜਿਹੜੀ ਹੈ ਸਾਡੀ ਇਲਾਸਟਿਕ ਕੋਲੀਜਨ ਹੈ। ਪਰ ਡੇਲੀ ਲਾਈਫ ਦੇ ਵਿੱਚ ਕੋਈ ਵੀ ਕੋਲੀਜਨ ਇਲਾਸਟਿਕ ਹੋ ਹੀ ਨਹੀਂ ਸਕਦੀ, ਕਿਉਂਕਿ ਜਦੋਂ ਵੀ ਟੱਕਰ ਹੁੰਦੀ ਹੈ ਨਾ ਤੇ ਟੋਟਲ એનર્ਜੀ ਜਿਹੜੀ ਹੈ ਆਪਣੀ ਜਿਹੜੀ ਹੈ ਕਿਨੈਟਿਕ એનર્ਜੀ ਜਿਹੜੀ ਹੈ ਹਮੇਸ਼ਾ ਕੁਛ ਨਾ ਕੁਛ ਜਿਹੜੀ ਹੈ ਉਹ ਲਾਸ ਹੋ ਜਾਂਦੀ ਹੈ। ਜਦੋਂ ਵੀ ਡੇਲੀ ਲਾਈਫ ਵਿੱਚ ਜਦੋਂ ਕੋਲੀਜਨ ਹੁੰਦੀ ਹੈ ਕਿਨੈਟਿਕ એનર્ਜੀ ਜਿਹੜੀ ਹੈ ਉਹ ਕੰਜ਼ਰਵ ਨਹੀਂ ਰਹਿੰਦੀ। ਡੇਲੀ ਲਾਈਫ ਦੇ ਵਿੱਚ ਕਦੀ ਵੀ ਕੋਲੀਜਨ ਇਲਾਸਟਿਕ ਨਹੀਂ ਹੋ ਸਕਦੀ। ਸਿਰਫ ਤੇ ਸਿਰਫ ਐਟੋਮਿਕ ਲੈਵਲ ਤੇ ਜਦੋਂ ਕਹਿੰਦੇ ਕਿ ਐਟਮਾਂ ਦੀ ਆਪਸ ਵਿੱਚ ਟੱਕਰ ਹੁੰਦੀ ਹੈ ਫਿਰ ਅਸੀਂ ਮੰਨ ਕੇ ਚੱਲ ਸਕਦੇ ਹਾਂ ਕਿ ਜਿਹੜੀ ਕੋਲੀਜਨ ਹੈ ਉਹ ਇਲਾਸਟਿਕ ਕੋਲੀਜਨ ਹੈ। ਐਟੋਮਿਕ ਲੈਵਲ ਦੀ ਜਿਹੜੀ ਕੋਲੀਜਨ ਹੈ ਉਹ ਇਲਾਸਟਿਕ ਹੈ। ਕੋਈ ਪੁੱਛੇ ਇਲਾਸਟਿਕ ਕੋਲੀਜਨ ਦੀ ਐਗਜ਼ਾਮਪਲ ਦਿਓ, then you can say the collision at
ਐਟੋਮਿਕ ਲੈਵਲ ਸਬ ਐਟੋਮਿਕ ਪਾਰਟੀਕਲਸ ਵਿੱਚ ਜਿਹੜੀ ਕੋਲੀਜਨ ਹੁੰਦੀ ਹੈ ਉਹ ਇਲਾਸਟਿਕ ਹੈ। ਇਸ ਤੋਂ ਇਲਾਵਾ ਬੇਟਾ ਜਿਹੜੇ ਗਲਾਸ ਦੇ ਬਾਲਸ ਬਣੇ ਹੁੰਦੇ ਬਰੰਟੇ ਜਿਵੇਂ ਜਿਹਨੂੰ ਬੋਲਦੇ ਆ, ਜਾਂ ਆਈਵਰੀ ਬਾਲਸ ਹਾਥੀ ਦੇ ਦੰਦ ਦੇ ਜਿਹੜੇ ਬਾਲ ਬਣਦੇ ਨੇ, ਉਹਨਾਂ ਦੇ ਵਿੱਚ ਜਦੋਂ ਕੋਲੀਜਨ ਹੁੰਦੀ ਹੈ ਉਹ ਲਗਭਗ ਜਿਹੜੀ ਹੈ ਉਹ ਆਪਾਂ ਦੇਖੀ ਹੈ ਕਿ ਉਹ ਇਲਾਸਟਿਕ ਪਾਈ ਗਈ ਹੈ। ਵੈਸੇ ਐਗਜ਼ਾਮਪਲ ਦੇ ਵਿੱਚ ਕੀ ਲਿਖਣਾ ਹੈ, ਕੋਲੀਜਨ ਬਿਟਵੀਨ ਗਲਾਸ ਬਾਲਸ ਔਰ collision at subatomic particles they are elastic in nature। ਇਹ ਸਾਡੀ ਇਲਾਸਟਿਕ ਹੈ। ਪਰ ਡੇਲੀ ਲਾਈਫ ਦੇ ਵਿੱਚ ਐਸੀ ਤਕਰੀਬਨ ਜਦੋਂ ਵਹੀਕਲਸ ਦੀ ਟੱਕਰ ਹੁੰਦੀ ਹੈ ਉਦੋਂ ਕੋਈ ਵੀ ਕੋਲੀਜਨ ਜਿਹੜੀ ਹੈ ਉਹ ਇਲਾਸਟਿਕ ਜਿਹੜੀ ਹੈ ਨਹੀਂ ਹੁੰਦੀ। ਤੇ ਆਹ ਚਾਰ ਸ਼ਰਤਾਂ ਜਿਹੜੀਆਂ ਨੇ ਓਬੇ ਹੋਣਾ ਬਹੁਤ ਜ਼ਰੂਰੀ ਨੇ। ਪਹਿਲੀ ਕਿਨੈਟਿਕ એનર્ਜੀ ਕੰਜ਼ਰਵ, ਲੀਨੀਅਰ ਮੋਮੈਂਟਮ ਕੰਜ਼ਰਵ, ਟੋਟਲ એનર્ਜੀ ਕੰਜ਼ਰਵ, ਫੋਰਸਿਸ ਇਨਵੋਲਵਡ ਜਿਹੜੀ ਕਿਹੜੀਆਂ ਨੇ ਕੰਜ਼ਰਵੇਟਿਵ ਨੇ। ਨਾਓ ਦੂਸਰੀ ਜਿਹੜੀ ਸਾਡੇ ਕੋਲ ਹੈ ਉਹਦਾ ਨਾਮ ਹੈ ਇਨ ਇਲਾਸਟਿਕ। ਸੈਕੰਡ ਜਿਹੜੀ ਸਾਡੇ ਕੋਲ ਟਾਈਪ ਹੈ ਇਨ ਇਲਾਸਟਿਕ ਕੋਲੀਜਨ। ਕੋਲੀਜਨ ਇਜ਼ ਸੈਟ ਟੂ ਬੀ, ਅਸੀਂ ਇੱਥੇ ਲਿਖ ਦਾਂਗੇ ਕੋਲੀਜਨ ਇਜ਼ ਸੈਟ ਟੂ ਬੀ ਇਨ ਇਲਾਸਟਿਕ। ਹੁਣ ਸੈਕੰਡ ਕਰਨ ਲੱਗੇ ਆ। ਇਨ ਇਲਾਸਟਿਕ ਕਦੋਂ ਹੁੰਦੀ ਹੈ, ਕਿਨੈਟਿਕ એનર્ਜੀ ਇਜ਼, ਇੱਥੇ ਲਿਖ ਦਿੱਤਾ ਆਪਾਂ ਬੇਟਾ ਨਾਟ ਕੰਜ਼ਰਵ। ਕਿਨੈਟਿਕ એનર્ਜੀ ਕੰਜ਼ਰਵ ਨਹੀਂ ਹੁੰਦੀ। ਜੇ ਕਿਨੈਟਿਕ એનર્ਜੀ ਕੰਜ਼ਰਵ ਨਹੀਂ ਹੈ ਤੇ ਅਸੀਂ ਉਹਨੂੰ ਬੋਲਾਂਗੇ ਇਨ ਇਲਾਸਟਿਕ ਕੋਲੀਜਨ ਹੈ। ਲੀਨੀਅਰ ਮੋਮੈਂਟਮ ਇਜ਼ ਕੰਜ਼ਰਵ। ਲੀਨੀਅਰ ਮੋਮੈਂਟਮ ਦੋਨਾਂ ਦੇ ਵਿੱਚ ਕੰਜ਼ਰਵ ਹੋਣਾ ਹੈ, ਭਾਵੇਂ ਕੋਲੀਜਨ ਇਲਾਸਟਿਕ ਹੈ ਭਾਵੇਂ ਕੋਲੀਜਨ ਇਨ ਇਲਾਸਟਿਕ ਹੈ, ਦੋਨਾਂ ਦੇ ਵਿੱਚ ਲੀਨੀਅਰ ਮੋਮੈਂਟਮ ਕੰਜ਼ਰਵ। ਟੋਟਲ એનર્ਜੀ ਵੀ ਕੰਜ਼ਰਵਡ, ਕਿਉਂਕਿ ਪੂਰੇ ਯੂਨੀਵਰਸ ਵਿੱਚ ਪਤਾ ਹੀ ਹੈ ਸਾਨੂੰ એનર્ਜੀ ਕੰਜ਼ਰਵੇਸ਼ਨ ਅਸੀਂ ਪੜ੍ਹਦੇ ਹਾਂ, એનર્ਜੀ ਜਿਹੜੀ ਹੈ ਹਮੇਸ਼ਾ ਹੀ ਕੰਜ਼ਰਵ ਰਹਿੰਦੀ ਹੈ। ਲੀਨੀਅਰ ਮੋਮੈਂਟਮ ਕੰਜ਼ਰਵ, ਟੋਟਲ એનર્ਜੀ ਕੰਜ਼ਰਵਡ ਤੇ ਫੋਰਸਿਸ ਇਨਵੋਲਵਡ ਆਰ ਨॉन ਕੰਜ਼ਰਵੇਟਿਵ। ਇੱਥੇ ਜਿਹੜੀਆਂ ਫੋਰਸਿਸ ਆਣਗੀਆਂ ਨॉन ਕੰਜ਼ਰਵੇਟਿਵ ਹੋਣਗੀਆਂ। ਇਹਦਾ ਮਤਲਬ ਪਹਿਲਾਂ ਤੁਸੀਂ ਨੋਟ ਕਰ ਲਿਆ ਤੇ ਹੁਣ ਮੈਂ ਥੋੜੀ ਥੋੜੀ ਵਿੱਚ ਚੇਂਜਸ ਕਰਤੀਆਂ ਨੇ, ਤੁਸੀਂ ਦੁਬਾਰਾ ਜਿਹੜਾ ਨੋਟ ਕਰਨਾ ਹੈ। ਕੋਲੀਜਨ ਨੂੰ ਇਨ ਇਲਾਸਟਿਕ ਕਦੋਂ ਕਹਿਣਾ ਹੈ, ਇਫ ਦਾ ਮੋਮੈਂਟਮ ਇਜ਼ ਕੰਜ਼ਰਵਡ, ਟੋਟਲ એનર્ਜੀ ਇਜ਼ ਕੰਜ਼ਰਵਡ, ਕਿਨੈਟਿਕ એનર્ਜੀ ਇਜ਼ ਨਾਟ ਕੰਜ਼ਰਵਡ। ਤੇ ਬਾਕੀ ਫੋਰਸਿਸ ਕਿਹੜੀਆਂ ਆਣਗੀਆਂ, ਨॉन ਕੰਜ਼ਰਵੇਟਿਵ ਫੋਰਸਿਸ, ਜਿਸ ਤਰ੍ਹਾਂ ਫ੍ਰਿਕਸ਼ਨ ਵਗੈਰਾ ਹੋਗੀ ਉਹ ਵਿੱਚ ਇਨਵੋਲਵਡ ਹੋਏਗੀ। ਐਫ ਜਿਹੜੀ ਹੈਗੀ ਸਾਡੇ ਕੋਲ ਇਨ ਇਲਾਸਟਿਕ ਕੋਲੀਜਨ। ਤੇ ਡੇਲੀ ਲਾਈਫ ਦੇ ਵਿੱਚ ਦਾ ਕੋਲੀਜਨ ਬਿਟਵੀਨ ਟੂ ਵਹੀਕਲਸ, ਦੋ ਗੱਡੀਆਂ ਦੇ ਵਿੱਚ ਜਿਹੜੀ ਟੱਕਰ ਹੋਈ ਉਹ ਸਾਡੀ ਜਿਹੜੀ ਹੈ ਉਹ ਕੋਲੀਜਨ ਕਿਹੜੀ ਹੈ, ਸਾਡੀ ਇਨ ਇਲਾਸਟਿਕ ਹੈ। ਜੇ ਮੈਂ ਇੱਕ ਬਾਲ ਨੂੰ ਇਸ ਹਾਈਟ ਤੋਂ ਸੁੱਟਦਾ ਬੇਟਾ, ਬਾਲ ਨੂੰ ਮੈਂ ਕਿਸੇ ਹਾਈਟ ਤੋਂ ਥੱਲੇ ਸੁੱਟਾਂ ਤੇ ਤੁਸੀਂ ਦੇਖੋਗੇ ਥੱਲੋਂ ਜਦੋਂ ਬਾਲ ਗਰਾਊਂਡ ਤੇ ਵੱਜੇਗਾ ਬਾਅਦ ਵਿੱਚੋਂ ਉੱਥੋਂ ਜੰਪ ਕਰੇਗਾ, ਰੀਬਾਉਂਡ ਹੋਏਗਾ, ਵਾਪਸ ਆਏਗਾ, ਪਰ ਉਹ ਉਸੇ ਹਾਈਟ ਤੇ ਨਹੀਂ ਆਏਗਾ, ਉਸ ਤੋਂ ਥੱਲੇ ਰਹਿ ਜਾਏਗਾ ਥੋੜਾ ਜਿਹਾ। ਇਸ ਹਾਈਟ ਤੋਂ ਸੁੱਟਿਆ ਸੀ ਤੇ ਜਦੋਂ ਥੱਲੇ ਟੱਕਰ ਖਾ ਕੇ ਉੱਪਰ ਆਏਗਾ, ਇੱਥੇ ਖਾ ਕੇ ਉਹ ਰੁਕ ਗਿਆ ਮੰਨ ਲਓ। ਕਹਿਣ ਦਾ ਮਤਲਬ ਹੈ ਕਿ ਜਿੰਨੀ ਉਹਦੀ ਪਹਿਲਾਂ ਕਿਨੈਟਿਕ એનર્ਜੀ ਸੀ ਉਹਦੇ ਬਰਾਬਰ ਦੀ ਨਹੀਂ ਹੋਈ, ਟੱਕਰ ਖਾਣ ਤੋਂ ਬਾਅਦ ਕੁਝ ਲਾਸ ਹੋ ਗਈ। ਜੇ ਤੇ ਉਸੇ ਹਾਈਟ ਤੇ ਵਾਪਸ ਆ ਜਾਂਦਾ ਫਿਰ ਤਾਂ ਅਸੀਂ ਕਹਿਣਾ ਸੀ ਕਿ એનર્ਜੀ ਜਿਹੜੀ ਹੈ ਕੰਜ਼ਰਵ ਰਹੀ, ਕਿਨੈਟਿਕ એનર્ਜੀ ਸੇਮ ਰਹੀ ਹੈ। ਹਾਂਜੀ ਬੇਟਾ ਕਲੀਅਰ। ਜਦੋਂ ਵੀ ਬਾਲ ਨੂੰ ਅਸੀਂ ਗਰਾਊਂਡ ਤੇ ਸੁੱਟਾਂਗੇ ਤੇ ਜਦੋਂ ਗਰਾਊਂਡ ਤੋਂ ਕੋਲਾਈਡ ਕਰਕੇ ਉਹ ਰੀਬਾਉਂਡ ਹੋਏਗਾ ਤੇ ਤੁਸੀਂ ਦੇਖੋਗੇ ਉਹ ਸੇਮ ਹਾਈਟ ਦੇ ਲੈਵਲ ਤੇ ਨਹੀਂ ਆਏਗਾ, ਉਹ ਥੋੜਾ ਜਿਹਾ ਥੱਲੇ ਰਹਿ ਜਾਏਗਾ। ਇਹਦਾ ਮਤਲਬ ਹੈ ਕਿ એનર્ਜੀ ਸਾਡੀ ਕਿਨੈਟਿਕ ਲਾਸ ਹੋਈ ਹੈ। ਅਸੀਂ ਬੋਲਾਂਗੇ ਇਹ ਕੋਲੀਜਨ ਕਿਹੜੀ ਹੋਏਗੀ, ਇਨ ਇਲਾਸਟਿਕ ਹੋਏਗੀ। ਕੋਈ ਵੀ ਐਗਜ਼ਾਮਪਲ ਦੇਣੀ ਹੈ ਡੇਲੀ ਲਾਈਫ ਵਿੱਚੋਂ, ਦੋ ਕਾਰਾਂ ਦੀ ਆਪਸ ਟੱਕਰ ਹੋਈ, ਸਕੂਟਰ ਦੀ ਟੱਕਰ ਹੋਈ ਕਾਰ ਦੇ ਨਾਲ, ਇਹ ਸਾਰੀਆਂ ਇਨ ਇਲਾਸਟਿਕ ਹੈ। ਬਾਲ ਨੂੰ ਅਸੀਂ ਫਲੋਰ ਤੇ ਸੁੱਟਿਆ ਤੇ ਟੱਕਰ ਖਾ ਕੇ ਸੇਮ ਹਾਈਟ ਤੇ ਨਹੀਂ ਆਂਦਾ, ਅਸੀਂ ਬੋਲਦੇ ਹਾਂ ਕਿ ਉਹ ਇਨ ਇਲਾਸਟਿਕ ਜਿਹੜੀ ਹੈ ਉਹ ਕੋਲੀਜਨ ਹੈਗੀ ਹੈ। ਆਈ ਥਿੰਕ ਤੁਹਾਨੂੰ ਇਹ ਦੋਨੋਂ ਕੋਲੀਜਨ ਜਿਹੜੀਆਂ ਨੇ ਇਹਨਾਂ ਦੀ ਟਾਈਪਸ ਜਿਹੜੀਆਂ ਨੇ ਉਹ ਚੰਗੇ ਤਰੀਕੇ ਨਾਲ ਪਤਾ ਲੱਗ ਗਈਆਂ ਨੇ। ਨਾਓ ਇੱਕ ਅਸੀਂ ਜਿਹੜਾ ਹੈ ਹੋਰ ਅਸੀਂ ਜਿਹੜੀ ਕੋਲੀਜਨ ਦੀ ਗੱਲ ਕਰਾਂਗੇ, ਪਰਫੈਕਟਲੀ ਇਨ ਇਲਾਸਟਿਕ। ਇੱਕ ਕੋਲੀਜਨ ਹੋਰ ਹੈ ਸਾਡੇ ਕੋਲ ਪਰਫੈਕਟਲੀ ਇਨ ਇਲਾਸਟਿਕ। ਮੇਨ ਤੇ ਬੇਟਾ ਦੋ ਹੀ ਹੈ, ਅਸੀਂ ਇੱਕ ਪਰਫੈਕਟਲੀ ਵਰਡ ਲਗਾ ਦਿੱਤਾ। ਆਓ ਇਸ ਨੂੰ ਅਸੀਂ ਡਿਸਕਸ ਕਰ ਲੈਨੇ ਆ ਕਿ ਪਰਫੈਕਟਲੀ ਇਨ ਇਲਾਸਟਿਕ ਕੋਲੀਜਨ ਕਿਹੜੀ ਹੈ।
बेटा परफेक्टली इन इलास्टिक कोलिजन ਦਾ ਵਿੱਚ ਕੀ ਹੈ ਕਿ ਤੁਹਾਡੀ ਕਿਨੈਟਿਕ એનર્ਜੀ ਪਹਿਲੀ ਗੱਲ ਤੇ ਇਨ ਇਲਾਸਟਿਕ ਹੈ, ਕਿਨੈਟਿਕ એનર્ਜੀ ਜਿਹੜੀ ਹੈ ਕੰਜ਼ਰਵ ਨਹੀਂ ਹੈ। ਫਿਰ ਸੁਣੋ, ਜੇ ਇਨ ਇਲਾਸਟਿਕ ਦੀ ਗੱਲ ਕਰੀਏ ਤੇ ਕਿਨੈਟਿਕ એનર્ਜੀ ਇਜ਼ ਨਾਟ ਕੰਜ਼ਰਵਡ, ਕਹਿਣ ਦਾ ਮਤਲਬ ਹੈ ਕਿ ਕਿਨੈਟਿਕ એનર્ਜੀ ਕੁਛ ਨਾ ਕੁਛ ਲਾਸ ਹੋਏਗੀ। ਕਲੀਅਰ? ਤੇ ਜੇ ਮੈਂ ਲਿਖ ਦਿੱਤਾ ਨਾਲ ਪਰਫੈਕਟਲੀ, ਇਹਦਾ ਮਤਲਬ ਹੈ ਕਿ ਕੋਲਾਈਡ ਕਰਨ ਤੋਂ ਬਾਅਦ ਟੋਟਲੀ ਜਿਹੜੀ ਹੈ ਸਾਡੀ ਕਿਨੈਟਿਕ એનર્ਜੀ ਜਿਹੜੀ ਹੈ ਉਹ ਲਾਸ ਹੋ ਸਕਦੀ ਹੈ, ਪੂਰੀ ਦੀ ਪੂਰੀ ਲਾਸ ਹੋ ਜਾਏਗੀ। ਕਿਸ ਤਰ੍ਹਾਂ? ਮੰਨ ਲਓ ਕਿ ਸਾਡੇ ਕੋਲ ਇੱਕ ਆਟੇ ਦਾ ਪੇੜਾ ਹੈ। ਜੇ ਉਹ ਆਟੇ ਦਾ ਪੇੜਾ ਮੈਂ ਇਸ ਹਾਈਟ ਤੋਂ ਥੱਲੇ ਸੁੱਟਾਂ, ਕੀ ਉਥੋਂ ਰੀਬਾਉਂਡ ਹੋਏਗਾ? ਕੀ ਉਥੋਂ ਗੁੜਕੇਗਾ? ਨਹੀਂ। ਕੀ ਹੋਏਗਾ? ਉਹ ਉੱਥੇ ਦਾ ਉੱਥੇ ਹੀ ਚਿਪਕ ਜਾਏਗਾ। ਇਹਦਾ ਮਤਲਬ ਹੈ ਕਿ ਟੱਕਰ ਖਾਣ ਤੋਂ ਬਾਅਦ ਉਹਨੇ ਆਪਣੀ ਪੂਰੀ ਕਾਈਨੈਟਿਕ એનર્ਜੀ ਲਾਸ ਕਰ ਛੱਡੀ। ਉਹ ਬਾਡੀ ਆਪਸ ਵਿੱਚ ਜਿਹੜੀ ਹੈ ਉਹ ਚਿਪਕ ਜਾਣਗੀਆਂ। ਟੱਕਰ ਖਾਣ ਤੋਂ ਬਾਅਦ ਦੋ ਬਾਡੀਜ਼ ਆਪਸ ਵਿੱਚ ਜਿਹੜੀਆਂ ਨੇ ਉਹ ਸਟਿਕ ਟੂਗੇਦਰ, ਸਟਿਕ ਮੈਨੇ ਆਪਸ ਵਿੱਚ ਚਿਪਕ ਜਾਂਦੀਆਂ ਨੇ। ਜਦੋਂ ਟੱਕਰ ਖਾਣ ਤੋਂ ਬਾਅਦ ਦੋ ਬਾਡੀ ਆਪਸ ਵਿੱਚ ਚਿਪਕ ਗਈਆਂ, ਸੈਪਰੇਟ ਹੀ ਨਹੀਂ ਹੋਈਆਂ, ਬਾਅਦ ਚੋਂ ਅਸੀਂ ਬੋਲਾਂਗੇ ਕਿ ਉਹ ਕੋਲਿਜ਼ਨ ਕਿਹੜੀ ਹੈ? ਪਰਫੈਕਟਲੀ ਇਨ ਇਲਾਸਟਿਕ ਕੋਲਿਜ਼ਨ। ਹਾਂਜੀ ਬੇਟਾ, ਕਲੀਅਰ? ਇਹਦੀ ਐਗਜ਼ਾਮਪਲ ਕਿਹੜੀ ਹੋ ਸਕਦੀ ਹੈ ਕਿ ਤੁਸੀਂ ਆਟੇ ਦਾ ਪੇੜਾ ਸੁੱਟਦੇ ਜੇ ਤੇ ਉਹ ਆਪਸ ਵਿੱਚ ਰੀਬਾਉਂਡ ਨਹੀਂ ਹੋਇਆ। ਅੱਛਾ, ਜੇ ਬਾਲ ਸੁੱਟਦੇ ਆ ਤੇ ਕੀ ਹੁੰਦਾ ਹੈ? ਜਿਸ ਹਾਈਟ ਤੋਂ ਸੁੱਟੀ ਕਿ ਉਸੇ ਹਾਈਟ ਤੇ ਆਂਦੀ ਹੈ? ਨਹੀਂ, ਥੋੜੀ ਥੱਲੇ ਰਹਿ ਗਈ। ਇਹਦਾ ਮਤਲਬ ਹੈ ਕਿਨੈਟਿਕ એનર્ਜੀ ਪੂਰੀ ਲਾਸ ਨਹੀਂ ਹੋਈ, ਕੁਛ ਨਾ ਕੁਛ ਬਚੀ ਸੀ। ਇਸ ਕਰਕੇ ਉਹਨੂੰ ਬੋਲਾਂਗੇ ਇਨ ਇਲਾਸਟਿਕ। ਤੇ ਜੇ ਅਸੀਂ ਆਟੇ ਦਾ ਪੇੜਾ ਸੁੱਟਦੇ ਆ ਉਹ ਵਾਪਸ ਨਹੀਂ ਆਉਂਦਾ, ਇਹਦਾ ਮਤਲਬ ਸਾਰੀ ਦੀ ਸਾਰੀ ਕਿਨੈਟਿਕ એનર્ਜੀ ਕੀ ਹੋ ਗਈ? ਲਾਸ। ਵਾਪਸ ਕਿਉਂ ਨਹੀਂ ਆਇਆ? ਕਿ ਉਹ ਗਰਾਊਂਡ ਦੇ ਨਾਲ ਚਿਪਕ ਗਿਆ, ਦੋ ਬਾਡੀਜ਼ ਜਿਹੜੀਆਂ ਆਪਸ ਵਿੱਚ ਸਟਿਕ ਹੋ ਗਈਆਂ। ਅਸੀਂ ਬੋਲਾਂਗੇ ਪਰਫੈਕਟਲੀ ਇਨ ਇਲਾਸਟਿਕ ਕੋਲਿਜ਼ਨ। ਜਾਂ ਬੇਟਾ ਅਸੀਂ ਜਿਹੜਾ ਹੈ ਮੱਡ ਲੈ ਲਿਆ, ਜਿਹੜਾ ਚਿੱਕੜ ਹੈ, ਜਾਂ ਅਸੀਂ ਕਈ ਵਾਰ ਦੇਖਿਆ ਬੇਟਾ ਤੁਸੀਂ ਉਹ ਪਾਥੀਆਂ ਬਣਾਉਂਦੇ ਨੇ ਪਿੰਡਾਂ ਦੇ ਵਿੱਚ, ਉਹ ਕੀ ਕਰਦੇ ਆ? ਗੋਹਾ ਲੈ ਕੇ ਉਹ ਪਾਥੀ ਜਿਹੜੀ ਪਕੜ ਕੇ ਉਹਨੂੰ ਜਦੋਂ ਵਾਲ ਦੇ ਉੱਤੇ ਕੰਧ ਤੇ ਮਾਰਦੇ ਆ ਤੇ ਉਹ ਉੱਥੇ ਜਾ ਕੇ ਚਿਪਕ ਜਾਂਦੀ ਹੈ। ਆਪੇ ਸੋਚੋ, ਜਦੋਂ ਉਹਨੂੰ ਸੁੱਟਿਆ ਸੀ ਅਸੀਂ ਉਦੋਂ ਤੇ ਉਹ ਮੋਸ਼ਨ ਸੀ, ਜਦੋਂ ਕੰਧ ਦੇ ਵਜ੍ਹਾ ਜਾ ਕੇ ਉਹ ਚਿਪਕ ਹੀ ਗਿਆ। ਇਹਦਾ ਮਤਲਬ ਹੈ ਵਾਲ ਤੇ ਉਹ ਜਿਹੜਾ ਗੋਹਾ ਸੀ ਸਾਡੇ ਕੋਲ ਉਹ ਚਿਪਕ ਗਿਆ। ਉਹ ਕਾਹਦੀ ਐਗਜ਼ਾਮਪਲ ਹੈ? ਇਟ ਇਜ਼ ਪਰਫੈਕਟਲੀ ਸਾਡੇ ਕੋਲ ਕਿਹੜੀ ਹੈ? ਇਨ ਇਲਾਸਟਿਕ ਕੋਲਿਜ਼ਨ ਹੈ। ਇਸ ਤੋਂ ਇਲਾਵਾ ਬੇਟਾ ਕਈ ਵਾਰੀ ਅਸੀਂ ਦੇਖਿਆ ਕਿ ਜਦੋਂ ਅਸੀਂ ਮੋਟਰਸਾਈਕਲ ਤੇ ਜਾਂ ਕਾਰ ਵਿੱਚ ਅਸੀਂ ਜਾਂਦੇ ਆ, ਅੱਗੋਂ ਕੋਈ ਬਾਈ ਚਾਂਸ ਲਿਫਾਫਾ ਉੱਡ ਕੇ ਆ ਰਿਹਾ ਸਾਡੇ ਵੱਲ ਤੇ ਸਾਡੇ ਵਾਹੀਕਲ ਦੇ ਉੱਤੇ ਆ ਕੇ ਉਹ ਜਦੋਂ ਵੱਜਦਾ ਤੇ ਨਾਲ ਹੀ ਉਹ ਚਿਪਕ ਜਾਂਦਾ ਹੈ। ਫਿਰ ਇਕੱਠੇ ਦੋਨੋਂ ਜਿਹੜੇ ਨੇ ਉਹ ਮੂਵ ਕਰਨਾ ਸ਼ੁਰੂ ਕਰ ਦਿੰਦੇ ਨੇ। ਉਹ ਸਕੂਟਰ ਦੇ ਨਾਲ ਹੀ ਉਹ ਜਾਣਾ ਸ਼ੁਰੂ ਹੋ ਜਾਂਦਾ ਹੈ। ਉਹਨੇ ਤਾਂ ਆਪਣੀ ਜਿਹੜੀ ਕਿਨੈਟਿਕ એનર્ਜੀ ਸਾਰੀ ਲਾਸ ਕਰਤੀ, ਉਹ ਜਿਹੜਾ ਉਹਦੇ ਨਾਲ ਉਹ ਮੂਵ ਕਰ ਗਿਆ। ਦੋਨੋਂ ਇੱਕ ਸਿੰਗਲ ਬਾਡੀ ਜਿਹੜੀ ਹੈ ਉਹ ਬਣ ਜਾਂਦੀ ਹੈ। ਉਹਨੂੰ ਅਸੀਂ ਬੋਲਦੇ ਹਾਂ ਪਰਫੈਕਟਲੀ ਇਨ ਇਲਾਸਟਿਕ। ਤੇ ਇਹਦੇ ਬਾਰੇ ਅਸੀਂ ਅਗਲੇ ਜਿਹੜੇ ਨੇ ਆਪਾਂ ਪਹਿਲਾਂ ਇਲਾਸਟਿਕ ਕੋਲਿਜ਼ਨ ਬਾਰੇ ਡਿਸਕਸ ਕਰਨਾ ਡਿਟੇਲ ਚ, ਫਿਰ ਇਨ ਇਲਾਸਟਿਕ। ਇਸ ਤਰ੍ਹਾਂ ਅਸੀਂ ਉਹਦੇ ਬਾਰੇ ਵੀ ਜਿਹੜਾ ਹੈ ਆਪਾਂ ਅਗਲੇ ਜਿਹੜੇ ਲੈਕਚਰ ਦੇ ਵਿੱਚ ਆਪਾਂ ਡਿਸਕਸ ਕਰਾਂਗੇ। ਨਾਓ ਇਸ ਤੋਂ ਬਾਅਦ ਸਾਡਾ ਜਿਹੜਾ ਮੇਨ ਟੌਪਿਕ ਜਿਹੜਾ ਮੈਂ ਹੁਣ ਡਿਸਕਸ ਕਰਨ ਜਾ ਰਿਹਾ, ਇਲਾਸਟਿਕ ਕੋਲਿਜ਼ਨ। ਅਸੀਂ ਇਨ ਇਲਾਸਟਿਕ ਬਾਅਦ ਚੋਂ ਡਿਸਕਸ ਕਰਨੇ ਆ। ਪਹਿਲਾਂ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਇਲਾਸਟਿਕ ਕੋਲਿਜ਼ਨ ਇਨ ਵਨ ਡਾਇਮੈਂਸ਼ਨ। ਵਨ ਡਾਇਮੈਂਸ਼ਨ ਵਿੱਚ ਇਲਾਸਟਿਕ ਕੋਲਿਜ਼ਨ ਬਾਰੇ ਮੈਂ ਡਿਸਕਸ ਕਰਨ ਜਾ ਰਿਹਾ। ਪਹਿਲਾਂ ਮੈਂ ਬਲੈਕ ਬੋਰਡ ਦੇ ਉੱਤੇ ਆਰਟੀਕਲ ਲਿਖ ਲੈਣਾ ਹੈ, ਫਿਰ ਅਸੀਂ ਉਹਨੂੰ ਜਿਹੜਾ ਹੈ ਡਿਸਕਸ ਕਰਦੇ ਹਾਂ। ਨਾਓ ਇਲਾਸਟਿਕ ਕੋਲਿਜ਼ਨ ਇਨ ਵਨ ਡਾਇਮੈਂਸ਼ਨ। ਸਾਡਾ ਆਰਟੀਕਲ ਹੈ ਕਿ ਦੋ ਬਾਡੀਜ਼ ਜਿਹੜੀਆਂ ਨੇ, ਇੱਕ ਬਾਡੀ A ਹੈ, ਇੱਕ ਬਾਡੀ B ਹੈ। ਪਹਿਲੀ ਬਾਡੀ ਤੇ ਦੂਸਰੀ ਬਾਡੀ ਜਿਹੜੀਆਂ ਨੇ ਬੋਥ ਆਰ ਮੂਵਿੰਗ ਅਲੋਂਗ ਦਾ ਸੇਮ ਸਟ੍ਰੇਟ ਲਾਈਨ। ਇੱਕੋ ਹੀ ਸਟ੍ਰੇਟ ਲਾਈਨ ਦੇ ਵਿੱਚ ਦੋਨੋਂ ਜਿਹੜੀਆਂ ਨੇ ਉਹ ਮੂਵ ਕਰ ਰਹੀਆਂ ਨੇ। ਬਾਡੀ A ਜਿਹੜੀ ਹੈ ਉਹ ਪਿੱਛੇ ਹੈ ਤੇ ਬਾਡੀ B ਜਿਹੜੀ ਹੈ ਅੱਗੇ ਜਾ ਰਹੀ ਹੈ। ਬਾਡੀ A ਦੀ ਇਨੀਸ਼ੀਅਲ ਵੈਲੋਸਿਟੀ ਹੈਗੀ ਹੈ ਸਾਡੇ ਕੋਲ u1 ਤੇ ਜਿਹੜੀ ਸਾਡੀ ਬਾਡੀ B ਹੈ ਉਹਦੀ ਇਨੀਸ਼ੀਅਲ ਵੈਲੋਸਿਟੀ ਹੈਗੀ ਹੈ ਸਾਡੇ ਕੋਲ u2। ਮੰਨ ਲਓ ਕਿ ਸਾਡੇ ਕੋਲ ਜਿਹੜੀ ਹੈ u1 u2 ਨਾਲੋਂ ਜ਼ਿਆਦਾ ਹੈ। ਮੰਨ ਲਓ ਜਿਹੜੀ A ਬਾਡੀ ਹੈ ਇਹਦੀ ਵੈਲੋਸਿਟੀ ਜ਼ਿਆਦਾ ਹੈ ਕਿਹਦੇ ਨਾਲੋਂ? B ਨਾਲੋਂ। B ਬਾਡੀ ਅੱਗੇ ਜਾ ਰਹੀ ਹੈ, ਇਹ ਮੰਨ ਲਓ B ਬਾਡੀ ਹੈ, ਇਹ ਪਿੱਛੋਂ A ਆ ਰਹੀ ਹੈ।
B ਦੀ ਸਪੀਡ ਘੱਟ ਹੈ ਤੇ ਜਿਹੜੀ ਪਿੱਛੋਂ ਆ ਰਹੀ ਹੈ ਉਹਦੀ ਸਪੀਡ ਜ਼ਿਆਦਾ ਹੈ ਤੇ ਇਹ ਦੋਨੋਂ ਸੇਮ ਸਟ੍ਰੇਟ ਲਾਈਨ 'ਚ ਹੋਣ ਕਰਕੇ ਦੇ ਵਿਲ ਕੋਲਾਈਡ ਈਚ ਅਦਰ। ਇਸ ਡਾਇਗਰਾਮ ਵਿੱਚ ਮੈਂ ਤਿੰਨ ਪਾਰਟਸ ਸ਼ੋ ਕੀਤੇ ਨੇ। ਪਹਿਲੇ ਵਿੱਚ ਕੀ ਹੈ, ਬਾਡੀ A ਮੂਵਿੰਗ ਵਿਦ U1, ਬਾਡੀ ਜਿਹੜੀ B ਹੈ ਮੂਵਿੰਗ ਵਿਦ U2। ਇਹ ਹੈਗਾ ਬਿਫੋਰ ਕੋਲੀਜ਼ਨ, ਪਰ ਹੈਗੀਆਂ ਸੇਮ ਸਟ੍ਰੇਟ ਲਾਈਨ 'ਚ। ਉਸ ਤੋਂ ਬਾਅਦ ਕੀ ਹੋਇਆ, A ਦੀ ਸਪੀਡ ਜ਼ਿਆਦਾ ਹੋਣ ਕਰਕੇ, U1 ਦੀ ਸਪੀਡ ਜ਼ਿਆਦਾ ਹੋਣ ਕਰਕੇ U2 ਨਾਲੋਂ ਦੇ ਵਿਲ ਕੋਲਾਈਡ। ਇਹ ਆ ਗਿਆ ਡਿਊਰਿੰਗ ਕੋਲੀਜ਼ਨ, ਜਦੋਂ ਇਹਨਾਂ ਦੀ ਆਪਸ ਵਿੱਚ ਟੱਕਰ ਹੋਈ, ਇਹ ਆਪਸ ਵਿੱਚ ਫਿਜ਼ੀਕਲੀ ਜਿਹੜੀਆਂ ਨੇ ਕੰਟੈਕਟ 'ਚ ਆ ਗਈਆਂ। A ਦਾ ਮਾਸ m1, B ਦਾ ਮਾਸ m2, ਇਹ ਟੱਕਰ ਹੋ ਗਈ। ਪਿਛਲੀ ਨੇ ਅੱਗੀ ਵਾਲੀ ਬਾਡੀ ਨੂੰ ਜਿਹੜੀ ਹੈ ਉਹ ਟੱਕਰ ਮਾਰੀ। ਉਸ ਤੋਂ ਬਾਅਦ ਆਫਟਰ ਕੋਲੀਜ਼ਨ ਕੀ ਹੋਏਗਾ, ਦੇ ਵਿਲ ਗੈਟ ਸੈਪਰੇਟਿਡ, ਇਹਨਾਂ ਨੇ ਸੈਪਰੇਟ ਹੋਏ ਨੇ। ਨਾਓ ਜਦੋਂ ਟੱਕਰ ਖਾਣ ਤੋਂ ਬਾਅਦ ਜਿਹੜੀ ਹੈ ਇਹਨਾਂ ਦੋਨਾਂ ਦੀ ਵੈਲੋਸਿਟੀ 'ਚ ਫਰਕ ਪਏਗਾ। A ਦੀ ਵੈਲੋਸਿਟੀ ਅਸੀਂ ਫਾਈਨਲ ਕਹਿਤੀ v1 ਤੇ B ਦੀ ਜਿਹੜੀ ਅਸੀਂ ਵੈਲੋਸਿਟੀ ਕਿੰਨੀ ਕਹਿ ਦਿੱਤੀ ਹੈ ਸਾਡੇ ਕੋਲ v2। A ਦੀ ਅਸੀਂ ਕਹਿਤੀ ਹੈ v1 ਤੇ B ਦੀ ਕਿਹੜੀ ਆ ਗਈ v2। ਹੋਏਗਾ ਕਿ ਹੁਣ ਦੱਸੋ ਕਿਹਦੀ ਵੈਲੋਸਿਟੀ ਜ਼ਿਆਦਾ ਹੋਏਗੀ, ਜਦੋਂ ਪਿਛਲੇ ਨੇ ਟੱਕਰ ਮਾਰਨੀ ਹੈ ਉਹ ਅਗਲੇ ਦੀ ਵੈਲੋਸਿਟੀ ਜ਼ਿਆਦਾ ਹੋ ਜਾਏਗੀ। ਨਾਓ v2 ਵਿਲ ਬੀ ਗ੍ਰੇਟਰ ਦੈਨ v1। ਹਾਂਜੀ ਬੇਟਾ ਕਲੀਅਰ ਹੈ ਸਾਰੀ ਡਾਇਗਰਾਮ। ਟੌਪਿਕ ਹੈਗਾ ਇਲਾਸਟਿਕ ਕੋਲੀਜ਼ਨ। ਪਹਿਲੀ ਗੱਲ ਤੇ ਇਲਾਸਟਿਕ ਕੋਲੀਜ਼ਨ ਆਪਾਂ ਡਿਸਕਸ ਕਰਨ ਲੱਗੇ ਆ। ਕਿਨੈਟਿਕ એનર્ਜੀ ਵੀ ਕੰਜ਼ਰਵ ਕਰਾਂਗੇ, ਮੋਮੈਂਟਮ ਵੀ ਅਸੀਂ ਕੰਜ਼ਰਵ ਕਰਾਂਗੇ। ਤੇ ਵਨ ਡਾਇਮੈਂਸ਼ਨ ਦਾ ਮਤਲਬ ਹੈ ਸਟ੍ਰੇਟ ਲਾਈਨ 'ਚ ਦੋ ਬਾਡੀਜ਼ ਇੱਕੋ ਹੀ ਸਟ੍ਰੇਟ ਲਾਈਨ 'ਚ ਜਿਹੜੀਆਂ ਨੇ ਉਹ ਮੂਵ ਕਰ ਰਹੀਆਂ ਨੇ। आओ इस नु जो मैं समझाया इथों देखिए, कंसीडर टू इलास्टिक बॉडीज, दो साडे कोल इलास्टिक बॉडीज ने A ते B। मान लो भी गिलास दे दो बॉल्स ने मूविंग इन द सेम स्ट्रेट लाइन च मूव कर रहे हैं विद वेलोसिटी। हाँ जी, विद वेलोसिटी केड़ी है उन्हां दी, विद इनिशियल वेलोसिटीज u1 एंड u2 रिस्पेक्टिवली। A ਦੀ ਇਨੀਸ਼ੀਅਲ ਵੈਲੋਸਿਟੀ u1, ਦੂਸਰੇ ਦੀ ਇਨੀਸ਼ੀਅਲ ਵੈਲੋਸਿਟੀ ਕਿਹੜੀ ਹੈ ਬੇਟਾ u2। ਲੈਟ u1 ਇਜ਼ ਗ੍ਰੇਟਰ ਦੈਨ u2। ਮੰਨ ਲਓ A ਦੀ ਸਪੀਡ ਜ਼ਿਆਦਾ ਹੈ ਬੇਟਾ। ਜੇ A ਦੀ ਸਪੀਡ ਜ਼ਿਆਦਾ ਹੁੰਦੀ ਤਾਂ ਕੀ ਹੁੰਦਾ, ਜੇ ਅਗਲੇ ਦੀ ਸਪੀਡ ਜ਼ਿਆਦਾ ਹੋਵੇ ਤੇ ਕਦੀ ਵੀ ਜਿਹੜੀ ਹੈ ਉਹ ਟੱਕਰ ਨਹੀਂ ਹੋਏਗੀ। ਕਿਉਂ, A ਦੀ ਸਪੀਡ ਜ਼ਿਆਦਾ ਹੈ, ਅੱਗੇ ਨਿਕਲ ਜਾਣਾ ਹੈ, ਉਹਨੇ ਪਿੱਛੇ ਰਹਿਣਾ। ਪਿਛਲੇ ਦੀ ਸਪੀਡ ਅਸੀਂ ਜ਼ਿਆਦਾ ਮੰਨੀ ਹੈ, u1 ਇਜ਼ ਗ੍ਰੇਟਰ ਦੈਨ u2, then two bodies will collide। ਜੇ ਇਹਦੀ ਸਪੀਡ ਜ਼ਿਆਦਾ ਹੈ ਦੋਨਾਂ ਬਾਡੀ ਦੀ ਟੱਕਰ ਹੋਏਗੀ। ਐਂਡ ਆਫਟਰ ਕੋਲੀਜ਼ਨ, ਟੱਕਰ ਤੋਂ ਬਾਅਦ ਦੋਨੋਂ ਬਾਡੀਜ਼ ਜਿਹੜੀਆਂ ਨੇ A ਤੇ B, A ਮੂਵਸ ਕਰੇਗੀ ਵਿਦ ਵੈਲੋਸਿਟੀ v1 ਤੇ ਬਾਡੀ B ਮੂਵ ਕਰੇਗੀ ਵਿਦ ਵੈਲੋਸਿਟੀ v2। ਬਟ ਹੁਣ ਕੌਣ ਜ਼ਿਆਦਾ ਹੋਏਗਾ, ਹੇਅਰ v2 ਇਜ਼ ਗ੍ਰੇਟਰ ਦੈਨ v1। ਪਹਿਲਾਂ A ਦੀ ਵੈਲੋਸਿਟੀ ਜ਼ਿਆਦਾ ਸੀ ਇਹਦੇ ਨਾਲੋਂ, ਪਰ ਟੱਕਰ ਖਾਣ ਤੋਂ ਬਾਅਦ ਅਗਲੇ ਦੀ ਵੈਲੋਸਿਟੀ ਜਿਹੜੀ ਹੈ ਉਹ ਜ਼ਿਆਦਾ ਹੋ ਜਾਏਗੀ ਪਿਛਲੇ ਨਾਲੋਂ। ਨਾਓ v2 ਇਜ਼ ਗ੍ਰੇਟਰ ਦੈਨ v1 ਐਂਡ m1 m2 b देयर masses। ਇਹਦਾ ਮਾਸ m1 ਹੈ ਤੇ ਇਹਦਾ ਮਾਸ ਜਿਹੜਾ ਸਾਡੇ ਕੋਲ ਕਿਹੜਾ ਹੈਗਾ m2। ਨਾਓ ਇਥੋਂ ਤੱਕ ਤੁਹਾਨੂੰ ਸਾਰਾ ਕਲੀਅਰ ਹੋ ਗਿਆ। ਪਲੀਜ਼ ਟੈਲ ਵਿਚ ਟਾਈਪ ਆਫ ਕੋਲੀਜ਼ਨ ਆਈ ਐਮ ਡਿਸਕਸਿੰਗ। ਕਿਹੜੀ ਕੋਲੀਜ਼ਨ ਮੈਂ ਡਿਸਕਸ ਕਰ ਰਿਹਾ। ਪਹਿਲੀ ਗੱਲ ਤੇ ਇਹਨੂੰ ਨੋਟ ਕਰੋ, ਇਲਾਸਟਿਕ ਹੈ। ਜੇ ਇਲਾਸਟਿਕ ਕੋਲੀਜ਼ਨ ਹੈ ਤੇ ਆਪਣੇ ਮਾਈਂਡ ਦੇ ਵਿੱਚ ਲੈ ਕੇ ਆਓ ਕਿਹੜੀ ਚੀਜ਼ ਕੰਜ਼ਰਵ ਹੋਏਗੀ। ਨੰਬਰ 1 ਮੋਮੈਂਟਮ ਤੇ ਕੰਜ਼ਰਵ ਹੋਣਾ ਹੀ ਹੈ, ਉਹ ਜਿਹੜੀ ਮਰਜ਼ੀ ਕੋਲੀਜ਼ਨ ਹੋਵੇ ਮੋਮੈਂਟਮ ਇਜ਼ ਕੰਜ਼ਰਵ। ਹੋਰ ਕੀ ਕੰਜ਼ਰਵ ਹੋਏਗਾ, ਕਾਈਨੈਟਿਕ એનર્ਜੀ ਵੀ ਸਾਡੇ ਕੋਲ ਜਿਹੜੀ ਹੈ ਕੰਜ਼ਰਵ ਹੋਏਗੀ। ਵੈਸੇ ਤੇ ਟੋਟਲ એનર્ਜੀ ਵੀ ਕੰਜ਼ਰਵ ਹੋਏਗੀ, ਪਰ ਅਸੀਂ ਸਿਰਫ ਦੋਵਾਂ ਦੇ ਅਕੋਰਡਿੰਗ ਹੀ ਆਰਟੀਕਲ ਨੂੰ ਡਿਸਕਸ ਕਰਾਂਗੇ। ਲੀਨੀਅਰ ਮੋਮੈਂਟਮ ਇਜ਼ ਕੰਜ਼ਰਵ ਤੇ ਸੈਕੰਡ ਜਿਹੜਾ ਹੈ ਸਾਡੇ ਕੋਲ ਅਸੀਂ ਬੋਲਿਆ ਕਾਈਨੈਟਿਕ એનર્ਜੀ ਇਜ਼ ਕੰਜ਼ਰਵ। ਨਾਓ ਜੇਕਰ ਕੋਲੀਜ਼ਨ ਇਲਾਸਟਿਕ ਹੈ ਦੈਨ ਇਸ ਤੋਂ ਬਾਅਦ ਇੱਥੇ ਲਿਖਾਂਗੇ ਅਸੀਂ ਡਾਇਗਰਾਮ ਬਣਾਉਣ ਤੋਂ ਬਾਅਦ ਜਿਹੜਾ ਹੈ ਸਿੰਸ ਕੋਲੀਜ਼ਨ ਇਜ਼ ਇਲਾਸਟਿਕ in nature, therefore linear momentum is conserved। ਸਾਡਾ ਲੀਨੀਅਰ ਮੋਮੈਂਟਮ ਜਿਹੜਾ ਹੈ ਉਹ ਕੰਜ਼ਰਵ ਹੋਏਗਾ। ਕਹਿਣ ਦਾ ਮਤਲਬ
linear momentum before collision, that is linear momentum before collision is equal to की दे इक्वल होएगा linear momentum after collision। इथे मैं लिख देना है linear momentum after collision। जिन्ना लीनियर मोमेंटम पहला होएगा टोटल ओना ही बाद विच होएगा। यह कंजर्व्ड है। हुण दसो बेटा बिफोर कोलिजन आ डायग्राम साडे कोल यह हैगी आ बिफोर कोलिजन वाली डायग्राम। ਇਹਦੇ ਵਿੱਚ ਦੱਸੋ ਪਹਿਲਾਂ ਮੈਨੂੰ ਲੀਨੀਅਰ ਮੋਮੈਂਟਮ ਕਿੰਨਾ ਹੋਏਗਾ। ਪਹਿਲੀ ਗੱਲ ਦੱਸੋ ਮੋਮੈਂਟਮ ਦਾ ਫਾਰਮੂਲਾ ਕਿੰਨੂ ਕਿੰਨੂ ਆਉਂਦਾ ਹੈ। ਮੋਮੈਂਟਮ ਦਾ ਫਾਰਮੂਲਾ ਮਾਸ ਇਨਟੂ ਵੈਲੋਸਿਟੀ। ਮੋਮੈਂਟਮ ਦਾ ਫਾਰਮੂਲਾ ਹੁੰਦਾ mv। ਮਾਸ ਨੂੰ ਵੈਲੋਸਿਟੀ ਨੂੰ ਮਲਟੀਪਲਾਈ ਕਰਾਂਗੇ। ਅਸੀਂ ਗੱਲ ਕਰ ਰਹੇ ਹਾਂ ਬਿਫੋਰ ਕੋਲਿਜਨ ਦੀ। ਹੁਣ ਦੱਸੋ ਬਿਫੋਰ ਕੋਲਿਜਨ ਵਿੱਚ ਮੋਮੈਂਟਮ ਕਿੰਨਾ ਆਏਗਾ। ਇਹਦਾ ਮਾਸ ਕਿੰਨਾ ਸੀ m1। ਸਾਡੇ ਕੋਲ ਆਏਗਾ m1 u1। ਮਾਸ ਨੂੰ ਵੈਲੋਸਿਟੀ ਨਾਲ ਮਲਟੀਪਲਾਈ ਕਰਤਾ प्लस एदा भी मोमेंटम आएगा। एदा कितना आएगा m2 u2। यह हो गया साडा मोमेंटम बिफोर कोलिजन। कोलिजन तो पहला साडा इन्ना मोमेंटम है। नाउ किदे इक्वल होएगा आगे पावांगे असी इक्वल लीनियर मोमेंटम आफ्टर कोलिजन। आफ्टर कोलिजन वाली बेटा आ डायग्राम है। हुण आपे दसो आफ्टर कोलिजन मोमेंटम कितना होएगा। एदा मोमेंटम दसो m1 v1 प्लस साढ़े को आएगा m2 v2। m1 v1 प्लस m2 v2। यह साडा टोटल मोमेंटम बिफोर कोलिजन इक्वल होएगा टोटल मोमेंटम आफ्टर कोलिजन। एंड दिस इज द इक्वेशन नंबर 1। इनू असी जड़ी है इक्वेशन नंबर असी 1 कह देती है। आई थिंक तुहानू क्लियर हो गया। एक चीज बेटा होर कंजर्व होंदी है। दूसरी केड़ी चीज कंजर्व होंदी है। हाँ जी केड़ी चीज कंजर्व होंदी है। काइनेटिक एनर्जी। असि लिखांगे आल्सो काइनेटिक एनर्जी इज कंजर्व। काइनेटिक एनर्जी भी जड़ी है वो साडी कंजर्व होएगी। देयरफॉर काइनेटिक एनर्जी बिफोर कोलिजन इक्वल टू जेडी काइनेटिक एनर्जी टोटल है वो कदों आएगी साडे कोल आफ्टर कोलिजन। जिन्नी टोटल पहला है ओनी बाद विचों। ते काइनेटिक एनर्जी का फार्मूला तो सारे बच्चों को वैसे भी आंदा है। 9th विच भी असीं पढ़दे रहे हां हाफ mv स्क्वायर। नाउ प्लीज टेल बिफोर कोलिजन कितनी काइनेटिक एनर्जी आएगी। हाफ साढ़े को आएगा m1 u1 स्क्वायर। काइनेटिक एनर्जी का फार्मूला हाफ mv स्क्वायर। ते पहली बॉडी की कितनी होगी हाफ m की जगह ते m1 वेलोसिटी कितनी u1 दा स्क्वायर प्लस ए दी कितनी आएगी हाफ m2 u2 स्क्वायर इक्वल टू ए टोटल काइनेटिक एनर्जी बिफोर कोलिजन। ते इधरों केड़ी आएगी साडी आफ्टर किवें कटोगे हाफ m1 वेलोसिटी केड़ी चल रही है v1 स्क्वायर प्लस हाफ m2 v2 स्क्वायर। यह साडे कोल जेड़ी है इक्वेशन बन गई। काइनेटिक एनर्जी जड़ी है वो कंजर्व हो गई। इधरों हाफ कॉमन निकलेगा इधरों भी हाफ कॉमन निकलेगा तो दोनों साइडों तो हाफ कॉमन होके कैंसिल हो गया। तो साडे कोल की बच गया m1 u1 स्क्वायर प्लस m2 u2 स्क्वायर इक्वल टू m1 v1 स्क्वायर प्लस m2 v2 स्क्वायर। दिस इज इक्वेशन नंबर 2। यह साडे कोल जड़ी है इक्वेशन नंबर जड़ी है साडे कोल सेकंड आ गई। नाउ यह डायग्राम जड़ी है मैं इनू हुण मैं रब करन जा रहा हां। इथों तक तुहानू आई थिंक कि सारा जड़ा है आर्टिकल जड़ा सानू जड़ा है क्लीयर हो गया कि जदों भी वन डायमेंशन दे विच कोलिजन होएगी ते फिर की होएगा
ਕਾਈਨੈਟਿਕ એનર્ਜੀ ਕੰਜ਼ਰਵ ਹੋਏਗੀ ਇਲਾਸਟਿਕ ਵਿੱਚ ਤੇ ਮੋਮੈਂਟਮ ਵੀ ਕੰਜ਼ਰਵ ਹੋਏਗਾ। ਤੁਸੀਂ ਕੀ ਕਰਨਾ ਹੈ, ਦੋ ਇਕੁਏਸ਼ਨਾਂ ਜਿਹੜੀਆਂ ਨੇ ਬਣਾ ਲੈਣੀਆਂ ਨੇ। ਇੱਕ ਇਕੁਏਸ਼ਨ ਮੈਂ ਮੋਮੈਂਟਮ ਕੰਜ਼ਰਵੇਸ਼ਨ ਤੋਂ ਤਿਆਰ ਕੀਤੀ, ਇੱਕ ਇਕੁਏਸ਼ਨ ਜਿਹੜੀ ਹੈ ਮੈਂ ਕਾਈਨੈਟਿਕ એનર્ਜੀ ਜਿਹੜੀ ਹੈ ਉਹਨੂੰ ਕੰਜ਼ਰਵ ਕਰਕੇ ਮੈਂ ਤਿਆਰ ਕਰ ਲਈ ਹੈ। ਨਾਓ ਇਸ ਦੋ ਇਕੁਏਸ਼ਨਸ ਨੂੰ ਮੈਂ ਜਿਹੜਾ ਹੈ ਫਰਦਰ ਸੋਲਵ ਕਰਾਂਗਾ, ਠੀਕ ਹੈ ਬੇਟਾ। ਉਹ ਨੈਕਸਟ ਲੈਕਚਰ ਦੇ ਵਿੱਚ ਅਸੀਂ ਕਰਾਂਗੇ ਤੇ ਉਹਦੇ ਵਿੱਚ ਅਸੀਂ ਜਿਹੜਾ ਹੈ ਕੁਝ ਰਿਜ਼ਲਟਸ ਜਿਹੜੇ ਨੇ ਅਸੀਂ ਪ੍ਰੂਵ ਕਰਨੇ ਨੇ। ਜਿਹੜੀ V1 ਤੇ V2 ਟੱਕਰ ਖਾਣ ਤੋਂ ਬਾਅਦ ਜਿਹੜੀਆਂ ਬਾਡੀਜ਼ ਦੀ ਫਾਈਨਲ ਵੈਲੋਸਿਟੀਜ਼ ਨੇ ਉਹ ਵੀ ਅਸੀਂ ਜਿਹੜੀਆਂ ਨੇ ਆਪਾਂ ਕੈਲਕੂਲੇਟ ਕਰਨਾ ਨੇ। ਤੇ ਇੱਥੋਂ ਤੱਕ ਤੁਸੀਂ ਪਹਿਲਾਂ ਸਮਝ ਲਓ ਤੇ ਨੈਕਸਟ ਲੈਕਚਰ ਬੇਟਾ ਜਿਹੜਾ ਹੈ ਉਸ ਨੂੰ ਕਲੀਅਰ ਹੋਣਾ ਹੈ ਜਿੰਨੇ ਆ ਫਸਟ ਲੈਕਚਰ ਕੋਲੀਜ਼ਨ ਦਾ ਚੰਗੇ ਤਰੀਕੇ ਨਾਲ ਸਮਝਿਆ, ਕਿਉਂਕਿ ਇਸ ਤੋਂ ਅੱਗੇ ਅਸੀਂ ਇਹਨੂੰ ਫਰਦਰ ਕੰਟੀਨਿਊ ਕਰਨਾ ਹੈ। ਥੈਂਕ ਯੂ।